ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਰੋਜ਼ਾਨਾ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਤੁਹਾਡੇ ਨਾਲ ਜੁੜ ਕੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਅਲੱਗ-ਅਲੱਗ ਪ੍ਰੋਗਰਾਮ ਸਾਡੇ ਦੋਸਤੋ ਤੁਸੀਂ ਦੇਖਦੇ ਹੋ, ਮਨੋਰੰਜਨ ਭਰਪੂਰ ਪ੍ਰੋਗਰਾਮ ਵੀ ਹੁੰਦੇ ਨੇ, ਜਾਂ ਫਿਰ ਤੁਸੀਂ ਆਪਣੀ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ। ਕਿਸੇ ਵੀ ਅਲੱਗ-ਅਲੱਗ ਅਸੀਂ ਟੌਪਿਕਸ ਦੇ ਉੱਤੇ ਡਿਸਕਸ ਕਰਦੇ ਹਾਂ। ਅੱਜ ਦਾ ਦਿਨ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਕਿਸੇ ਨਾ ਕਿਸੇ ਡਾਕਟਰ ਨੂੰ, ਕਿਸੇ ਨਾ ਕਿਸੇ ਮਾਹਿਰ ਨੂੰ ਅਸੀਂ ਇਸ ਪਲੇਟਫਾਰਮ ਦੇ ਉੱਤੇ ਬੁਲਾ ਕੇ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਅੱਜ ਇੱਕ ਦਫਾ ਅਸੀਂ ਫਿਰ ਸਾਡੇ ਨਾਲ ਹੋਮੋਪੈਥੀ ਦੇ ਬਾਰੇ ਵਿੱਚ ਗੱਲਬਾਤ ਕਰਨ ਦੇ ਲਈ ਡਾਕਟਰ ਪਾਇਲ ਸ਼ੇਠ ਜੀ ਆਏ ਨੇ ਇਸ ਪ੍ਰੋਗਰਾਮ ਦੇ ਰਾਹੀਂ, ਜਿਹੜੇ ਕਿ ਹੋਮੋਪੈਥਿਕ ਕੰਸਲਟੈਂਟ ਨੇ। ਇਹਨਾਂ ਦਾ ਐਡਮਿੰਟਨ ਦੇ ਵਿੱਚ ਹੋਮੋਪੈਥੀ ਦਾ ਜਿਹੜਾ ਹੈਗਾ ਕਲੀਨਿਕ ਹੈਗਾ, ਇਹ ਤੁਹਾਨੂੰ ਹੋਮੋਪੈਥੀ ਦੀਆਂ ਸੇਵਾਵਾਂ ਇੱਥੇ ਐਡਮਿੰਟਨ ਦੇ ਵਿੱਚ ਦਿੰਦੇ ਨੇ। ਅੱਜ ਆਪਾਂ ਕੁਝ ਜਿਵੇਂ ਲਾਈਫ ਲੌਂਗ ਜਿਹੜੀਆਂ ਹੈਗੀਆਂ ਡਿਜ਼ੀਜ਼ਸ ਦੀ ਗੱਲ ਹੁੰਦੀ ਹੈ, ਹੋਮੋਪੈਥੀ ਦੇ ਨਾਲ ਕਿੱਦਾਂ ਠੀਕ ਕੀਤੀਆਂ ਜਾ ਸਕਦੀਆਂ ਨੇ। ਹੋਮੋਪੈਥੀ ਦੇ ਉੱਤੇ ਕਾਫੀ ਸਾਡੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈਗਾ, ਉਹਦੇ ਉੱਤੇ ਆਪਾਂ ਡਿਸਕਸ ਕਰਾਂਗੇ। ਤਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਵੈਲਕਮ ਟੂ ਆਵਰ ਸ਼ੋ ਜੀ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ, ਜਿੱਦਾਂ ਤੁਹਾਡੇ ਨਾਮ ਦੇ ਨਾਲ ਮੈਂ ਤੁਹਾਡਾ ਕਾਰਡ ਦੇਖ ਰਿਹਾ ਸੀ, ਤੁਹਾਡੇ ਨਾਲ ਲਿਖਿਆ ਹੋਇਆ, ਤੁਹਾਡੇ ਕਾਰਡ ਦੇ ਨਾਲ ਜਿਹੜਾ ਤੁਸੀਂ ਲਿਖਿਆ ਹੋਇਆ CCH ਤੇ BHMS ਕੁਆਲੀਫਿਕੇਸ਼ਨ। ਥੋੜੀ ਜਿਹੀ ਆਪਣੀ ਕੁਆਲੀਫਿਕੇਸ਼ਨ ਦੇ ਬਾਰੇ ਵਿੱਚ, ਕਿਉਂਕਿ ਤੁਸੀਂ ਮੈਂ ਦੇਖਣਾ ਤੁਹਾਡਾ 18-19 ਸਾਲ ਦਾ ਐਕਸਪੀਰੀਅੰਸ ਹੈਗਾ ਹੋਮੋਪੈਥੀ ਦੇ ਵਿੱਚ, ਥੋੜੀ ਆਪਣੀ ਕੁਆਲੀਫਿਕੇਸ਼ਨ ਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ, ਵਿਊਅਰਸ ਦੇ ਨਾਲ ਸ਼ੇਅਰ ਕਰੋ ਜੀ। मैंने अपनी होम्योपैथी की पढ़ाई इंडिया में करी थी। दैट इज BHMS। इट इज अ बैचलर ऑफ होम्योपैथिक मेडिकल साइंस। मैंने वो गुजरात से किया था। CCH I did it in Canada. It is a certified classical homeopath certification that I did with the Canada. And I have that thing since more than 5 years. ਓਕੇ, ਲਾਈਕ ਤੇ ਤੁਸੀਂ ਜਿਹੜੀ ਇਹ ਪ੍ਰੈਕਟਿਸ ਇੱਥੇ ਕਰ ਰਹੇ ਹੋ, ਤੁਸੀਂ ਹੋਮਿਓਪੈਥੀ ਦੇ ਵਿੱਚ ਕਰ ਰਹੇ ਹੋ, ਤੁਹਾਡੇ ਆਪਣਾ ਕਲੀਨਿਕ ਹੈਗਾ। ਕਾਫੀ ਦੋਸਤੋ ਤੁਹਾਨੂੰ ਅਗਰ ਹੋਮਿਓਪੈਥੀ ਦੇ ਬਾਰੇ ਵਿੱਚ, ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਵਿਸ਼ਵਾਸ ਹੁੰਦਾ, ਕੋਈ ਕਿਸੇ ਪੈਥੀ ਨੂੰ ਵਿਸ਼ਵਾਸ ਕਰਦਾ, ਕੋਈ ਕਿਸੇ ਪੈਥੀ ਨੂੰ ਵਿਸ਼ਵਾਸ ਕਰਦਾ। ਜਿੱਦਾਂ ਕਿ ਅਸੀਂ ਪੁਰਾਣੇ ਪ੍ਰੋਗਰਾਮਾਂ ਦੇ ਵਿੱਚ ਵੀ ਹੋਮਿਓਪੈਥੀ ਦੇ ਨਾਲ ਸਾਡੇ ਨਾਲ ਡਾਕਟਰਸ ਆ ਕੇ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਜਾਣਕਾਰੀ ਦੇ ਚੁੱਕੇ ਆ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਅੱਜ ਅਸੀਂ ਇਸ ਪ੍ਰੋਗਰਾਮ ਦੇ ਦੌਰਾਨ ਵੀ ਸ਼ੇਅਰ ਕਰਾਂਗੇ। ਅੱਛਾ ਡਾਕਟਰ ਸਾਹਿਬ, ਮੈਂ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਆ ਹੁਣ ਏਦਾਂ ਕਰਨਾ ਚਾਹੁੰਦਾ ਕਿ ਜਿਹੜੀ ਲੌਂਗ ਟਰਮ ਜਿਹੜੀ ਬਿਮਾਰੀਆਂ ਦੀ ਗੱਲ ਹੁੰਦੀ ਆ, ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਜਿਵੇਂ ਕੋਲੇਸਟ੍ਰੋਲ ਨੂੰ ਲੈ ਕੇ, BP ਨੂੰ ਲੈ ਕੇ, ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਹੈਗੀਆਂ ਲੌਂਗ ਟਰਮ ਬਿਮਾਰੀਆਂ ਜਿਹੜੀਆਂ ਕਿ ਹੋਮੋਪੈਥੀ ਦੇ ਨਾਲ ਠੀਕ ਕੀਤੀਆਂ ਜਾ ਸਕਦੀਆਂ ਨੇ। ਤੁਹਾਡੇ ਐਕਸਪੀਰੀਅੰਸ ਦੇ ਨਾਲ ਕਿਹੜੀਆਂ-ਕਿਹੜੀਆਂ ਉਹ ਬਿਮਾਰੀਆਂ ਹੈ ਨੇ ਜਿਹੜੀ ਕਿ ਹੋਮੋਪੈਥੀ ਉਹਦੇ ਤੇ ਕਾਬੂ ਕਰ ਸਕਦੀ ਹੈ? ਲਾਈਫ ਲੌਂਗ ਡਿਜ਼ੀਜ਼ਸ that I know right now that is I'm facing a lot is hypothyroidism, जिसको मैंने बहुत देखा है। हर बंदा, हर 5 बंदे में तीसरा बंदा हाइपोथायराइड हो जाता है। एंड उसको अगर आप एक चीज बहुत है कि इसको ट्रीट करने में, हाइपोथायराइडिज्म को ट्रीट करने में ये बहुत जरूरी है कि कितने साल से आप मेडिसिन ले रहे हो, कितने साल से आप हाइपोथायराइड हो। अगर आपने कोई दवाइयाँ शुरू नहीं करी है और रिसेंटली आप हाइपोथायराइडिज्म हुए हो, तो डेफिनेटली यू कैन ट्रीट योर सेल्फ विथ होम्योपैथी। और उसका इलाज होम्योपैथी में है और वो मैंने किया हुआ है एंड इसमें मुझे सक्सेस भी बहुत ज्यादा मिली। अगर आपने सिंथ्रॉइड या थायरॉक्सिन शुरू नहीं करा है तो, और शॉर्ट टर्म शुरुआत है, जैसे 6 महीने ली है, साल ली है, 2 साल ली है, देन इट टेक्स सम टाइम। बट अगर आपने सिंथ्रॉइड शुरू नहीं करा है एंड इफ यू वांट टू गिव अ चांस टू होम्योपैथी, तो मैंने देखा है कि इंप्रूवमेंट डेफिनेटली आता है। और उसके बाद बहुत टाइम तक मैंने ये भी देखा है कि पेशेंट आर नॉट कमिंग बैक कि मुझे वापस हाइपोथायराइडिज्म है। ऐसे भी पेशेंट हैं जिनको 2-3 साल पहले मैंने ट्रीट कराया हाइपोथायराइडिज्म के लिए एंड दे हैव नॉट कम बैक। ਇਹਦੇ ਸਿੰਪਟਮਸ ਕੀ ਰਹਿੰਦੇ ਨੇ ਇਹਦੇ, ਕਿੱਦਾਂ, ਕਿਉਂਕਿ ਕਾਫੀ ਬਿਮਾਰੀਆਂ ਇਦਾਂ ਦੀਆਂ ਹੁੰਦੀਆਂ ਨੇ, ਉਹਨਾਂ ਦੇ ਕਈ ਲੋਕਾਂ ਨੂੰ ਪਤਾ ही नहीं ਹੁੰਦਾ। ਇਹਦੇ ਸਿੰਪਟਮਸ ਕਿੱਦਾਂ ਅਸੀਂ ਦੇਖ ਸਕਦੇ ਹਾਂ? हाइपोथायराइडिज्म के सिम्टम में सबसे ज्यादा जो देखने को मिलता है, वो पहला तो वेट गेन इज अ वन सिम्टम दैट यू सी। टायर्डनेस इज अनदर वन, जो आपको देखने को मिलती है कि बहुत थक जाते हैं जब सुबह उठते हैं, तो यू डोंट हैव दैट थिंग इनटू योर बॉडी कि मुझे जाना है, उठना है, काम करना है। एक लेजीनेस सा आ जाता है, स्लोनेस सी आ जाती है बॉडी के अंदर, जो आपको देखने को मिलती है इन हाइपोथायराइडिज्म। तो ये सारे सिम्टम्स बहुत शुरुआती होते हैं, उसके बाद धीरे धीरे डिप्रेशन एंड एवरीथिंग कम्स इन विद दैट। बट वो फिर बहुत ज्यादा TSH बढ़ा हुआ होगा तो
ਓਕੇ, otherwise it is okay. ਰਾਈਟ। ਕਈ ਦਫਾ ਲੋਕਾਂ ਦੇ ਸੁਣਨ ਦੇ ਵਿੱਚ ਆਂਦਾ ਵੀ ਇਹ ਇੱਕ ਲਾਈਫ ਲੌਂਗ ਚੱਲਦੀ ਆ, ਵੀ ਅਸੀਂ ਮੈਡੀਸਨ ਵੀ ਖਾਂਦੇ ਰਹਿੰਦੇ ਆ Yeah. ਲੇਕਿਨ ਇਹ ਪਰਮਾਨੈਂਟ ਤੌਰ ਤੇ ਠੀਕ ਨਹੀਂ ਹੁੰਦੀ। Yeah. ਤਾਂ ਕੀ ਹੋਮਿਓਪੈਥੀ ਦੇ ਵਿੱਚ ਕੁਝ ਹੈ ਐਦਾਂ ਦੀਆਂ ਆਪਸ਼ਨਸ ਜਾਂ ਐਦਾਂ ਦਾ ਇਲਾਜ ਹੈ ਜਿਹਦੇ ਨਾਲ ਕਿ ਤੁਸੀਂ ਜਿੱਦਾਂ ਕਿਹਾ ਕਿ ਕਾਫੀ ਜਿਹੜੇ ਤੁਹਾਡੇ ਜਿਹੜੇ ਪੇਸ਼ੈਂਟ ਸੀ ਉਹ ਵਾਪਸ ਹੀ ਨਹੀਂ ਆਏ, ਇਟ ਮੀਨਸ ਕਿ ਉਹਨਾਂ ਨੇ ਇੱਕ ਪ੍ਰੋਪਰ ਆਪਣੇ ਆਪ ਨੂੰ ਸੈਟੀਸਫਾਈ ਸਮਝਿਆ ਵੀ ਉਹ ਠੀਕ ਹੋਇਆ ਸਮਝਿਆ, ਤੇ ਕੀ ਐਦਾਂ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਕਿ ਐਦਾਂ ਦੇ ਇਲਾਜ ਹੈ ਕਿ ਉਹ ਜੜੋਂ ਹੀ ਇਹ ਖਤਮ ਕੀਤਾ जावे? Yes, definitely. इस बहुत सारी दवाइयां हैं जो हेल्प करती है और वो हाइपोथायराइडिज्म को जड़ से खत्म करती है, बट इसमें ये भी जरूरी है कि दिस इज अ लाइफस्टाइल कंडीशन. Okay. दिस इज कमिंग बिकॉज यू हैव चेंज योर लाइफस्टाइल. तो इसमें बहुत ज्यादा जरूरी ये भी है कि आप भी अपना लाइफस्टाइल थोड़ा सा चेंज करें. What is Right. necessary for the healthy lifestyle, you have to follow that thing. वो आपको करना पड़ेगा उसके साथ, क्योंकि 50% मेडिसिन काम करेगी, 50% आपको काम करना पड़ेगा इसके पीछे, because this is a lifestyle condition. ਰਾਈਟ ਬਿਲਕੁਲ। ਇਹ ਬਹੁਤ ਵਧੀਆ ਪੁਆਇੰਟ ਦੱਸਿਆ ਤੁਸੀਂ ਕਿ ਅਸੀਂ ਕਈ ਦਫਾ ਇਹ ਸੋਚ ਲੈਂਦੇ ਆ ਵੀ ਅਸੀਂ ਮੈਡੀਸਨ ਖਾ ਲੈਂਦੇ ਆ ਕਿ ਮੈਡੀਸਨ ਨੇ ਸਾਨੂੰ ਬਚਾ ਲੈਣਾ ਹੈ। ਦੋਸਤੋ, ਅਸੀਂ ਪਹਿਲਾਂ ਵੀ ਕਾਫੀ ਪ੍ਰੋਗਰਾਮਸ ਦੇ ਵਿੱਚ ਇਹ ਗੱਲ ਕਰ ਚੁੱਕੇ ਆ ਕਿ ਸਾਡਾ ਲਾਈਫ ਸਟਾਈਲ, ਸਾਡੀ ਜ਼ਿੰਦਗੀ, ਸਾਡਾ ਜਿਹੜਾ ਹੈਗਾ ਇੱਕ ਫਿਜ਼ੀਕਲ ਐਕਟੀਵਿਟੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਸਰੀਰ ਨੂੰ ਤੰਦਰੁਸਤ ਹੋਣ ਦੇ ਲਈ ਅਸੀਂ ਜੋ ਖਾਣਾ ਖਾਂਦੇ ਆ, ਜੋ ਮੈਡੀਸਨ ਖਾਂਦੇ ਆ, ਉਸ ਤੋਂ ਇਲਾਵਾ ਤੁਹਾਡੀ ਐਕਸਰਸਾਈਜ਼ ਜਾਂ ਕੁਝ ਵੀ ਤੁਸੀਂ ਐਕਟੀਵਿਟੀ ਕਰਦੇ ਹੋ, ਤੁਹਾਡਾ ਆਪਣਾ ਜਿਵੇਂ ਲਾਈਫ ਸਟਾਈਲ, ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਦੇ ਨਾਲ ਹੀ ਤੁਸੀਂ ਜਿਹੜਾ ਹੈਗਾ ਆਪਣਾ ਜ਼ਿੰਦਗੀ ਦਾ ਜਿਹੜਾ ਹੈਗਾ ਇੱਕ ਵਧੀਆ ਇੱਕ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ। ਦੋਸਤੋ, ਅੱਜ ਪਾਇਲ ਸ਼ੇਠ ਜੀ ਸਾਡੇ ਨਾਲ ਬੈਠੇ ਨੇ, ਆਪਾਂ ਇਹਨਾਂ ਨਾਲ ਡਿਸਕਸ ਕਰ ਰਹੇ ਹਾਂ। ਥੋੜੀ ਜੀ ਗੱਲ ਆਪਾਂ ਡਾਇਬੀਟੀਜ਼ ਦੇ ਉੱਤੇ ਵੀ ਕਰਾਂਗੇ ਅੱਜ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾ ਪਾਵਾਂਗੇ। ਸਾਡੇ ਕੋਲੇ ਅਸੀਂ 4-5 ਸਾਡੇ ਕੋਲੇ ਜਿਹੜੀ ਹੈਗੇ ਨੇ ਬਿਮਾਰੀਆਂ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਸਵਾਲ ਆਏ ਹੋਏ ਸੀ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਤੁਸੀਂ ਸਾਨੂੰ ਇਹਦੇ ਤੇ ਨੀਚੇ ਕੰਟੈਕਟ ਕਰ ਸਕਦੇ ਹੋ। ਉਸ ਬਿਮਾਰੀ ਦੇ ਬਾਰੇ ਵਿੱਚ, ਉਸ ਦੇ ਬਾਰੇ ਵਿੱਚ ਡਿਟੇਲ ਦੇ ਨਾਲ ਅਸੀਂ ਡਾਕਟਰ ਸਾਹਿਬ ਨੂੰ ਜ਼ਰੂਰ ਪੁੱਛਾਂਗੇ। ਅਗਰ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦਾ ਡਿਟੇਲ ਹੈਲਪਲਾਈਨ ਨੰਬਰ ਸਕਰੀਨ ਦੇ ਅਸੀਂ ਨੀਚੇ ਚਲਾਵਾਂਗੇ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਹੋਮਿਓਪੈਥਿਕ ਇੱਕ ਬਹੁਤ ਵੱਡਾ ਜਿਹੜਾ ਹੈਗਾ ਦੋਸਤੋ, ਇੱਕ ਜੇਕਰ ਕਹੀਏ ਕਿ ਆਪਾਂ ਨੂੰ ਇਲਾਜ ਦੇ ਸੋਰਸਸ ਬਹੁਤ ਵੱਡੇ ਨੇ ਇਹਨਾਂ ਕੋਲੇ, ਤਾਂ ਤੁਸੀਂ ਇਹਨਾਂ ਦੇ ਕੋਲ ਇੱਕ ਦਫਾ ਵਿਜ਼ਿਟ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ। ਖਾਸ ਕਰਕੇ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ, ਬਹੁਤ ਲੋਕਾਂ ਦਾ ਵਿਸ਼ਵਾਸ ਹੈਗਾ ਹੋਮਿਓਪੈਥੀ ਦੇ ਉੱਤੇ, ਤੇ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਇਹਦੇ ਵਿੱਚ ਸਾਈਡ ਇਫੈਕਟ ਨਹੀਂ ਹੁੰਦੇ। ਅਗਰ ਹੋਮਿਓਪੈਥੀ ਦੇ ਨਾਲ ਅਸੀਂ ਜਿਹੜੀ ਹੈਗੀ ਬਿਮਾਰੀ ਜੜ ਤੋਂ ਕੱਢੀ ਜਾ ਸਕਦੀ ਹੈ। ਬਹੁਤ ਹਰ ਇੱਕ ਬੰਦੇ ਦੀ ਆਪਣੀ ਸੋਚ ਹੈਗੀ ਹੈ, ਹਰ ਇੱਕ ਬੰਦਾ ਆਪਣਾ ਵਿਸ਼ਵਾਸ ਦੇ ਨਾਲ ਆਪਣੀ ਜਿਹੜੇ ਡਾਕਟਰਸ ਨੂੰ ਸਿਲੈਕਟ ਕਰਕੇ, ਆਪਣੀ ਜਿਹੜੀ ਹੈਗੀ ਪੈਥੀ ਨੂੰ ਸਿਲੈਕਟ ਕਰਕੇ ਜਿਹੜੇ ਹੈਗਾ ਆਪਣਾ ਇਲਾਜ ਕਰਾਂਦਾ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਜੇਕਰ ਡਾਇਬੀਟੀਜ਼ ਦੀ ਗੱਲ ਕਰਾਂ ਜੀ, ਮੈਂ ਅੱਜ ਥੋੜੀ ਜਿਹੀ ਡਾਇਬੀਟੀਜ਼ ਦੇ ਬਾਰੇ ਚ ਗੱਲ ਕਰਨਾ ਚਾਹਨਾ ਕਿ ਡਾਇਬੀਟੀਜ਼ ਨੂੰ ਲੈ ਕੇ ਹੋਮਿਓਪੈਥੀ ਦੇ ਵਿੱਚ ਕੀ ट्रीटमेंट है जी? डायबिटीज को लेके बहुत सारे ट्रीटमेंट है एंड बहुत सारी दवाइयां भी है, बिकॉज डायबिटीज इज ऑल्सो अ लाइफस्टाइल डिजीज. इट कम्स बिकॉज ऑफ योर लाइफस्टाइल. इट्स नॉट लाइक कि मेरे पेरेंट्स को है एंड आई विल गेट इट 50% it is right, but sometimes it is just your lifestyle. Because बहुत सारे ऐसे लोग होते हैं जिनके पेरेंट्स की हिस्ट्री नहीं है डायबिटीज की, फिर भी they become diabetic at the age of 40, 41, 42. Right. Because this is a lifestyle change. Diabetes depends on how strong and how long you are suffering from. उसके हिसाब से हम दवाइयाँ उसके लिए देते हैं, पर डेफिनेटली एक मैंने चीज देखी है कि जब हम डायबिटीज की ट्रीटमेंट जब पेशेंट ले रहा होता है, उसके साथ जब हम होम्योपैथी की दवाइयाँ शुरू करते हैं, तो मैंने हमेशा ये देखा है कि उनका जो डोजिंग जो होता है, जो डायबिटिक दवाइयों के लिए होता है, जैसे मेटफॉर्मिन ले रहे या जिनोसाइड ले रहे, तो वो डेफिनेटली स्टडी हो जाता है, धीरे धीरे कम भी होता है. अदरवाइज मैंने ये देखा है कि वो बढ़ता ही जाएगा आगे जाके फ्यूचर के अंदर जी. वो डायबिटीज बहुत सारे लोग कहते हैं कि खत्म हो सकता है, बट इट इज अ वेरी बिग चेंज. यू हैव टू मेक अ वेरी बिग चेंज इन योर लाइफस्टाइल टू go back to the normal than the diabetes, and it is very hard, I can say that, but definitely sometimes when you take certain medications to help other than allopathic medicines, they do help you to control your sugar very much. Right, ਕਿਉਂਕਿ ਇਹ ਸਾਡੇ ਨਾ ਦਿਮਾਗ ਦੇ ਵਿੱਚ ਅਸੀਂ ਕੁਝ ਬਿਮਾਰੀਆਂ ਤਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾਈਆਂ ਹੁੰਦੀਆਂ ਨੇ ਡਾਕਟਰ ਸਾਹਿਬ, ਜਦੋਂ ਤੁਸੀਂ ਕਿਹਾ ਕਿ ਅਗਰ ਉਹਨਾਂ ਦੇ ਪੇਰੈਂਟਸ ਕੋਲੇ ਸੀ ਜਾਂ ਅੱਗੇ ਦੂਸਰੇ ਉਹਨਾਂ ਕੋਲੇ ਸੀ, ਤੇ ਅਸੀਂ ਕਹਿ ਦਿੰਦੇ ਆ ਵੀ ਸਾਨੂੰ ਤਾਂ ਜੀ ਇਹ ਜਿਵੇਂ ਸਾਡੇ ਪੁਸ਼ਤਾਂ ਤੋਂ, ਸਾਡੇ ਪੇਰੈਂਟਸ ਤੋਂ ਮਿਲੀ ਹੈ, ਅਸੀਂ ਆਟੋਮੈਟਿਕਲੀ ਉਹਨੂੰ एक्सेप्ट करना शुरू कर देने, लेकिन ਉਹਦੇ ਨਾਲ फाइट नहीं करते, ਅਸੀਂ ਉਸ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਦੇ। ਦੋਸਤੋ, ਇਹਦੇ ਵਿੱਚ ਕੀ ਜ਼ਰੂਰੀ ਹੁੰਦਾ ਵੀ ਸਪੋਜ਼ ਕਿਸੇ ਦੇ ਪੇਰੈਂਟਸ ਨੂੰ ਆਲਰੇਡੀ ਡਾਇਬੀਟੀਜ਼ ਹੈਗੀ ਹੈ ਤੇ ਉਸ ਬੰਦੇ ਨੂੰ ਹੋਣੀ ਹੀ ਹੋਣੀ ਹੈ, ਜਾਂ ਕਿਸੇ ਨੂੰ ਨਹੀਂ ਹੈ ਤੇ ਉਸ ਬੰਦੇ ਨੂੰ ਨਹੀਂ ਹੋਣੀ, ਕੀ ਇਹ ਜ਼ਰੂਰੀ ਹੁੰਦਾ ਡਾਕਟਰ ਸਾਹਿਬ?
इसमें ये होता है कि ओके जिनके पेरेंट्स को डायबिटीज है, यस वो बच्चे ज्यादा प्रीडिस्पोज है कि उनके चांसेस ज्यादा है कि वो डायबिटिक हो सकते हैं, ठीक है, जिनके पेरेंट्स के अंदर होता है, ठीक है। पर अगर आप टेक केयर करोगे, अपनी लाइफस्टाइल को मेंटेन करोगे, तो यू वोंट बिकम डायबिटिक, बिकॉज दिस इज अ लाइफस्टाइल डिसीज बेसिकली, इट्स नॉट कम्स फ्रॉम जेनेटिक्स, इट्स नॉट अ जेनेटिक डिसीज, इट्स अ लाइफस्टाइल डिसीज। सो अगर आपको पता है कि मेरे पेरेंट्स में डायबिटीज की हिस्ट्री है, तो यू शुड स्टार्ट टेकिंग केयर ऑफ योर सेल्फ सिंस 31, 32। आपको आपकी शुगर डाइट को देखना है, आपकी फिजिकल एक्टिविटी को देखना है, देन यू विल बी फाइन, यू डोंट गेट मच डायबिटिक। और शुगर सिम्टम्स बहुत रेयरली ऐसा होता है कि जेनेटिकली इट कम्स इन, पर अगर आप अपना ख्याल रखोगे तो यू विल बी फाइन। ਓਕੇ, ਤਾਂ ਇਹਦੇ ਵਿੱਚ ਦੋਸਤੋ ਅਸੀਂ ਜੇਕਰ ਅੱਜ ਆਪਾਂ ਥੋੜੀ ਜਿਹੀ ਗੱਲ ਅਲੱਗ-ਅਲੱਗ ਟੌਪਿਕਸ ਦੇ ਉੱਤੇ ਕਰ ਰਹੇ ਹਾਂ, ਡਾਇਬਟੀਜ਼ ਦੇ ਉੱਤੇ ਕਰ ਰਹੇ ਹਾਂ, ਉਸ ਤੋਂ ਇਲਾਵਾ ਕਿਉਂਕਿ ਜਿਹੜੇ ਹੈਗੇ ਨੇ ਸਾਡੇ ਮਨ ਦੇ ਵਿੱਚ ਇਹ ਬਹੁਤ ਸਵਾਲ ਆਉਂਦੇ ਨੇ ਵੀ ਕੋਈ ਵੀ ਬਿਮਾਰੀ ਹੈਗੀ ਉਹਦੇ ਨਾਲ ਫਾਈਟ ਕਰਨ ਦੇ ਲਈ ਅਸੀਂ ਸਿਰਫ ਮੈਡੀਸਨ ਦੇ ਥਰੂ ਹੀ ਅਸੀਂ ਫਾਈਟ ਕਰ ਸਕਦੇ ਆ ਦੋਸਤੋ। ਉਹਦੇ ਨਾਲ ਸਾਡੀ ਆਪ ਦੀ ਜਿਹੜੀ ਆਪ ਦੀ ਵਿਲ ਪਾਵਰ, ਆਪ ਦੀ ਮਿਹਨਤ ਸਾਨੂੰ ਬਹੁਤ ਜ਼ਿਆਦਾ ਅਸੀਂ ਜਿਹੜੀ ਹੈਗੀ ਆ ਕਾਮਯਾਬ ਕਰਦੇ। ਅਸੀਂ ਇਹ ਵੀ ਦੇਖਦੇ ਆ ਵੀ ਬਹੁਤ ਸਾਰੇ ਲੋਕੀ ਜਿਹੜੇ ਹੈ ਨੇ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਨਿਜਾਤ ਪਾ ਜਾਂਦੇ ਨੇ। ਬਹੁਤ ਸਾਰੇ ਲੋਕੀ ਹੈ ਨੇ ਛੋਟੀ ਜਿਹੀ ਬਿਮਾਰੀ ਦੇ ਕਾਰਨ ਉਹਦੇ ਵਿੱਚ ਜਿਹੜਾ ਹੈਗਾ ਬਿਮਾਰੀ ਦੇ ਵਿੱਚ ਡੁੱਬਦੇ ਚਲੇ ਜਾਂਦੇ ਨੇ। ਉਹਦੇ ਵਿੱਚ ਬਹੁਤ ਚੀਜ਼ਾਂ ਸਾਡੀ ਆਪ ਦੀ ਜਿਹੜੀ ਹੈਗੀ ਹੈ ਵਿਲ ਦੇ ਉੱਤੇ, ਆਪ ਦੀ ਪਾਵਰ ਦੇ ਉੱਤੇ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਦੋਸਤੋ। ਤੁਸੀਂ ਅਗਰ ਹੋਮਿਓਪੈਥੀ ਦੇ ਬਾਰੇ ਵਿੱਚ ਕੋਈ ਸਵਾਲ ਹੈ ਤੁਹਾਡਾ ਜਿਹੜਾ ਹੈਗਾ, ਅਸੀਂ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਡਿਸਕਸ਼ਨ ਜ਼ਰੂਰ ਕਰਾਂਗੇ। ਇੱਕ ਸਾਡਾ ਮੈਮ ਸਵਾਲ ਸੀ, ਜਿਵੇਂ ਅਸੀਂ ਇੱਥੇ ਅਗਰ ਆਪਾਂ ਗੱਲ ਕਰਦੇ ਇੰਸ਼ੋਰੈਂਸਸ ਦੀ ਗੱਲ ਕਰਦੇ ਆ, ਐਸੇ ਕੋਈ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਜਾਂ ਕੋਈ ਵੀ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰਦੀ ਹੈ, ਉੱਥੇ ਅਸੀਂ ਕਿਸੇ ਡਾਕਟਰ ਕੋਲੇ ਚਲੇ ਜਾਂਦੇ ਆ ਤਾਂ ਸਾਨੂੰ ਉਹ ਕਵਰ ਹੁੰਦੀ ਹੈ। ਅਗਰ ਹੋਮਿਓਪੈਥੀ ਦੀ ਗੱਲ ਕਰੀਏ, ਅਗਰ ਕੋਈ ਵੀ ਕੋਈ ਬੰਦਾ ਇਹ ਬਾਰੇ ਸੋਚਦਾ ਹੈ ਵੀ ਹਾਂ ਕਿ ਮੇਰੀ ਇੰਸ਼ੋਰੈਂਸ ਦੇ ਵਿੱਚ ਜਾਂ ਮੈਂ ਇੰਸ਼ੋਰੈਂਸ ਕਰਾਵਾਂ ਤਾਂ ਹੋਮਿਓਪੈਥੀ ਉਹਦੇ ਵਿੱਚ ਕਵਰ ਹੁੰਦੀ ਹੈ ਜਾਂ ਉਹਦੇ ਵਿੱਚ ਪੋਸੀਬਿਲਿਟੀਜ਼ ਹੁੰਦੀਆਂ ਨੇ, ਜਾਂ ਕੋਈ ਇਲਾਜ ਕਰਵਾਉਣਾ ਚਾਹੁੰਦਾ ਹੋਮਿਓਪੈਥੀ ਦੇ ਥਰੂ, ਤਾਂ ਉਹਦੇ ਬਾਰੇ ਇੰਸ਼ੋਰੈਂਸ ਕਵਰੇਜ ਬਾਰੇ ਪੁੱਛਣਾ ਚਾਹੁੰਦਾ ਕਿ ਕੀ ਪੋਸੀਬਿਲਿटीज ਹੁੰਦੀਆਂ ਨੇ ਇਹਦੇ ਵਿੱਚ। बहुत सारी इंश्योरेंस कंपनी है जो होम्योपैथी को कवरेज करती है। एक्सटेंडेड कवरेज भी होम्योपैथी की होती है, जो बहुत सारी जैसे सन लाइफ है या अल्बर्टा ब्लू क्रॉस है, ग्रीन शील्ड है, ये सारे होम्योपैथी कवर करते हैं। उसमें सिर्फ ये जरूरी है कि होम्योपैथ जो है ही शुड बी अप्रूव्ड बाय दिस इंश्योरेंस कंपनी। ओके, तो वो भी होता है। अगर वो इंश्योरेंस कंपनी इस होम्योपैथ के पास जो सर्टिफिकेशन है उसको अप्रूव करती है, दे गिव यू अ रजिस्ट्रेशन नंबर 2 एज अ होम्योपैथ। ओके, तो क्योंकि जो डॉक्टर है मतलब डॉक्टर भी जो है वैलिड जो है उसके वो होना चाहिए, ऑथराइज्ड होना चाहिए, ऑथराइज्ड। वो इंश्योरेंस कंपनी के साथ उसका जो जिसके साथ होम्योपैथ रजिस्टर है वो अप्रूव्ड होना चाहिए, तो वो लोग तो उनको कवरेज मिल जाती है बहुत इजीली। जी बिल्कुल। अच्छा, अगर ਆਪਾਂ ਗੱਲ ਕਰੀਏ ਹੋਮਿਓਪੈਥੀ ਦੀ, ਹੁਣ ਤੁਹਾਨੂੰ ਲੱਗਦਾ ਕਿ ਕੁਝ ਹੋਰ ਇਸ ਤੋਂ ਇਲਾਵਾ ਕੁਝ ਜਿਹੜੀਆਂ ਹੋਰ ਤੁਸੀਂ ਜ਼ਿਆਦਾਤਰ ਡਿਸੀਜ਼ਸ ਦੀ ਗੱਲ ਕਰਦੇ ਆ ਆਪਾਂ ਆਮ ਤੌਰ ਤੇ ਇੱਕ ਬੰਦਿਆਂ ਦੇ ਲਈ ਗੱਲ ਹੁੰਦੀ ਹੈ ਕਿ ਅਥਰਾਈਜ਼ਡ ਦੀ ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਸ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਇਹ ਚੀਜ਼ ਆਪਣੇ ਫਾਦਰ ਸਾਹਿਬ ਦੇ ਨਾਲ ਮੇਰਾ ਐਕਸਪੀਰੀਅੰਸ ਹੋ ਚੁੱਕਿਆ ਕਿ ਉਹਨਾਂ ਨੂੰ ਇਹ ਪ੍ਰੋਬਲਮ ਸੀ, ਲੇਕਿਨ ਉਹ ਟੋਟਲੀ ਹੋਮਿਓਪੈਥੀ ਤੇ ਡਿਪੈਂਡ ਸੀਗੇ ਤੇ ਉਹ ਪੂਰਾ ਇਸ ਚੀਜ਼ ਨੂੰ ਰਿਕਵਰ ਕਰ ਗਏ ਸੀ। ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਹੋਮਿਓਪੈਥੀ ਦੇ ਵਿੱਚ ਇਹਦਾ ਕੀ ਇਲਾਜ ਹੈ ਤੇ ਕਿਸ ਤਰ੍ਹਾਂ ਇਹ ਵਰਕ ਕਰਦਾ है। एलोपैथी में देखा जाए तो यू जस्ट टेक पेन किलर्स आपको लेनी होती है, या आप कैल्शियम सप्लीमेंट लेते हैं, या आप विटामिन डी सप्लीमेंट लेते हैं, या फिर पेन किलर्स लेते हैं। होम्योपैथी में बहुत सारी दवाइयाँ ऐसी है जो आपकी जो इन्फ्लेमेशन जो होती है जॉइंट्स के अंदर उसको रिड्यूस करने में आपको हेल्प करती है। कई बार कई लोगों के साइनोवियल फ्लूइड में बहुत ज़्यादा इन्फ्लेमेशन होती है तो उसको भी हेल्प करती है रिड्यूस करने में। और इम्प्रूवमेंट भी मैंने देखी है कि स्वेलिंग इम्प्रूव हो जाती है, पेन इम्प्रूव हो जाता है, पेशेंट स्टार्ट्स वॉकिंग बेटर वे, तो ये सारी चीज़ें कवर अप हो जाती है। दूसरा फाइब्रोमाइल्जिया इज़ अ वेरी न्यू टर्म नाउअडेज। लोगों को फाइब्रोमाइल्जिया बहुत ज़्यादा होता है, मसल पेन इज हैपनिंग विदाउट एनी रीजन, कोई रीजन नहीं है जिसका। सो फाइब्रोमाइल्जिया इज ऑल्सो वेरी वेल ट्रीटेड विद होम्योपैथिक मेडिकेशंस जो आपकी मसल इन्फ्लेमेशन को रिड्यूस करने में हेल्प करती है। सो देयर आर मेनी गुड एंटी इन्फ्लेमेटरीज इन होम्योपैथी जिसको आप यूज कर सकते हो। ਰਾਈਟ, ਬਿਲਕੁਲ। ਇਹਦੇ ਨਾਲ ਮੈਂ ਇੱਕ ਥੋੜਾ ਜਿਹਾ, ਕਿਉਂਕਿ ਨਾ ਅੱਜ ਕੱਲ ਕਾਫੀ ਜ਼ਿਆਦਾ ਇਹ ਪ੍ਰੋਬਲਮ ਸੁਣਨ ਦੇ ਵਿੱਚ ਆਉਂਦੀਆਂ ਨੇ ਕਿ ਐਸਿਡ ਬਣ ਜਾਂਦਾ ਬੰਦੇ ਦੀ ਬਾਡੀ ਦੇ ਵਿੱਚ। ਜੀ, ਉਹ ਐਸਿਡ ਦੇ ਉੱਤੇ ਤੁਸੀਂ ਪਹਿਲੀ ਗੱਲ ਮੈਂ ਪੁੱਛਣਾ ਚਾਹਨਾ ਕਿ ਐਸਿਡ ਹੁੰਦਾ ਕੀ ਹੈ, ਐਸਿਡ ਬਣਦਾ ਕਿੱਦਾਂ, ਤੇ ਐਸਿਡ ਦਾ ਕੀ ਕਾਰਨ ਹੁੰਦਾ, ਵੀ ਕਿਹਨਾਂ ਕਾਰਨਾਂ ਕਰਕੇ ਬਣਦਾ ਹੈ, ਤੇ ਇਹਦਾ ਕੀ ਇਲਾਜ ਹੈ, ਇਸ ਦੇ ਬਾਰੇ ਚ।
एसिड तो हर एक की बॉडी में बनता ही है जी। किसी की बॉडी में ज्यादा बनता है, किसी की बॉडी में कम बनता है, बिकॉज एसिड बहुत ज्यादा जरूरी है आपके खाने को डाइजेस्ट करने के लिए। Right. अगर आपका खाना डाइजेस्ट करना है तो आपको एसिड चाहिए, दैट इज हाइड्रोक्लोरिक एसिड चाहिए आपको। Right. सो इट स्टार्ट्स कि आप जब मुंह में कुछ रखते हैं, योर स्टमक गेट स्टिमुलस कि एसिड प्रोड्यूस करना है, बिकॉज फूड इज कमिंग डाउन, उसको तोड़ना है और उसको डाइजेस्ट करना है जी। तो मैंने सबसे ज्यादा जो यहाँ पे प्रॉब्लम एसिडिटी की लोगों के अंदर देखी है तो वो ये है कि सुबह में उठ के जब एम्प्टी स्टमक होता है, पीपल स्टार्ट टेकिंग स्ट्रॉन्ग कॉफी और स्ट्रॉन्ग टी। सो ऑलरेडी देयर इज क्वाइट अ बिट ऑफ एम्प्टी स्टमक और उसमें आप एसिड वाली चीजें ज्यादा ले रहे हो, सो इट प्रोड्यूसेस मोर एसिड। अनदर यहाँ पे बहुत ज्यादा जो मुझे देखने को मिला है एसिडिटी के साथ वो है एच पाइलोरी का इन्फेक्शन। दैट व्हेन यू हैव अ इन्फेक्शन ऑफ एच पाइलोरी इन योर टमी तो भी एसिड की प्रॉब्लम बहुत ज्यादा आना शुरू हो जाती है। बहुत सारी दिस इज ऑल्सो वन ऑफ द लाइफस्टाइल कंडीशन। आप अपनी लाइफस्टाइल चेंज करोगे, आप अपने स्टमक को बहुत ज्यादा एम्प्टी नहीं रखोगे, खाली नहीं रखोगे तो भी एसिड की प्रॉब्लम आपकी काफी ज्यादा सॉल्व हो जाएगी। हर 2-3 घंटे में आपको कुछ खाना चाहिए, दिस इज अ लाइफस्टाइल चेंज विच इज नेसेसरी। दूसरा, जब भी आपका स्टमक बहुत खाली होता है तो डोंट ईट, ऐसी चीजें नहीं खानी चाहिए जो ज्यादा एसिड को प्रोड्यूस करने में हेल्प करती है। जैसे हमने देखा कि कॉफी होती है, चाय होती है या कुछ तीखी और स्पाइसी थिंग आप मॉर्निंग में पहले वो खा लोगे तो दैट इज डेफिनेटली गोइंग टू प्रोड्यूस मोर एसिड इन योर बॉडी। सो इससे अच्छा है कि आप कुछ सुबह में पहले अच्छी सी कुछ चीज खानी चाहिए और उसके बाद चाय कॉफी आपको लेनी चाहिए। राइट बिल्कुल, क्योंकि कई दफा सानू आदत होंदी है ना बेड टी पीन दी। डॉक्टर साहब, एक ना पानी ਨੂੰ ਲੈ ਕੇ ਬਹੁਤ ਜ਼ਿਆਦਾ ਕਿਹਾ ਜਾਂਦਾ ਹੈ ਕਿ ਪਾਣੀ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਮਾਤਰਾ ਦੇ ਵਿੱਚ, ਕੁਆਂਟੀਟੀ ਦੇ ਵਿੱਚ ਪੀਣਾ ਚਾਹੀਦਾ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਵੀ ਹੁਣ ਸਮ ਟਾਈਮਸ ਕਈ ਕਹਿੰਦੇ ਨੇ ਕਿ ਤੁਸੀਂ ਪਾਣੀ ਜੀ ਸਵੇਰੇ ਉੱਠ ਕੇ ਜੀ 2-3 ਗਲਾਸ ਜ਼ਰੂਰ ਪੀਓ, ਗਰਮ ਪੀਓ ਜਾਂ ਠੰਡਾ ਪੀਓ, ਜਾਂ ਦਿਨ ਦੇ ਵਿੱਚ ਵਾਰ-ਵਾਰ ਪਾਣੀ ਪੀਣ ਦੇ ਨਾਲ ਵੀ ਕਈ ਦਫਾ ਨਾ ਸਟਮਕ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਦਫਾ ਰੋਟੀ ਖਾਣ ਲੱਗਿਆਂ ਵੀ ਲੋਕੀ ਪਾਣੀ ਬਹੁਤ ਪੀਂਦੇ ਨੇ। ਤਾਂ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਪਾਣੀ ਪੀਣਾ ਚਾਹੀਦਾ, ਲੇਕਿਨ ਪਾਣੀ ਪੀਣ ਦਾ सिस्टम या पानी पीने का ढंग की होना चाहिए? पानी वैसे तो जब प्यास लगे तब पीना चाहिए, दैट इज मेन आइडिया। पर मैं ये हमेशा कहती हूँ कि पानी नेसेसरी, अभी क्या हो गया कि पानी का इतना ज्यादा लोगों में वो हो गया कि कई लोग 3-3, 4-4 लीटर पानी पी जाते हैं। सो दैट इज नॉट राइट। आप 1.5-2 लीटर तक का पानी एवरी डे पियो और पानी को पूरे दिन में स्प्रेड आउट करो। डोंट पुट वन टाइम प्रेशर ऑन योर होल, क्योंकि पानी जितना पियोगे किडनी को इतना काम तो करना पड़ेगा, उसको निकालना तो पड़ेगा ही। तो अगर आप पानी को स्प्रेड आउट करोगे पूरे दिन में, कई लोगों की हैबिट होती है कि जब तक वो सुबह में पानी नहीं पीते हैं दे डोंट फील बेटर, उनको कॉन्स्टिपेशन की प्रॉब्लम होती है जिसकी वजह से वो बहुत ज्यादा सुबह सुबह पानी पी लेते। दिस आर वर्थ इट, पर फिर ऐसा नहीं होना चाहिए कि मैंने 3 गिलास सुबह में पी लिया तो दिन में फिर मैं नहीं पीऊंगा। दिस इज नॉट राइट। पानी पूरा स्प्रेड आउट करके पीना चाहिए ज्यादातर। दूसरा ये मैं कहूंगी कि जिनको प्रोस्टेट की प्रॉब्लम्स होती है उनको रात को 8 बजे के बाद या 7 बजे के बाद पानी ज्यादा नहीं पीना चाहिए, नहीं तो रात को उनको बहुत ज्यादा उठना पड़ता है जी। सो दैट इज ऑल्सो थिंग। तो पानी को आप स्प्रेड आउट करो, जैसा पसंद है आपको वैसा पानी पियो, पर क्लियर वाटर। सो पानी के साथ आप अगर जूस को काउंट कर रहे हो या आप जो लिक्विड लेते हो उन सबको काउंट कर रहे हो, दैट डजंट मैटर। पानी इज क्लियर वाटर दैट यू शुड टेक विदाउट एनीथिंग। राइट वो बहुत ज्यादा इंपॉर्टेंट है। और 10 गिलास 8 से 10 गिलास पानी डे में पीना चाहिए, दैट इज अ रेगुलर। तो जब ज्यादातर हम खाना खाते हैं तो खाना खाते वक्त हमें ज्यादा प्यास लगती है, तो आपको क्या लगता है कि ज्यादातर कहा जाता है कि खाने के हाफ एन आवर बाद आपने पानी पीना है? हाँ, तो इसके बारे में क्या कहना है आपका? वो अपनी अपनी सबकी बॉडी अलग होती है। सो सबका अपना चॉइसेस होता है, सबके अपनी वे ऑफ लिविंग होता है। जो कई लोग होते हैं जिनको खाने से पहले पानी पीने की आदत होती है, कई लोग होते हैं जो खाने के साथ पानी पीते हैं। सो इसमें सबसे ज्यादा इंपॉर्टेंट चीज है कि आप कितना चबा के खाते हो, दैट इज वेरी इंपॉर्टेंट व्हेन यू ईटिंग द फूड। सो जो बहुत ज्यादा पानी इसलिए भी चाहिए क्योंकि हम बहुत फास्ट खा लेते हैं, हमारा खाने का टाइम इज वेरी फास्ट और उसमें हमें कई बार पानी पीना पड़ता है क्योंकि वी कैन नॉट, हमने खाने को इतना अच्छे से डाइल्यूट ही नहीं करा है कि हम उसको निगल ले। सो दैट इज अ थिंग। जब फूड पेट में जाता है इट शुड बी लिक्विफाइड, उसको लिक्विफाई होना पड़ता है। तो इसीलिए कई लोगों को पानी ज्यादा
पीते हैं, जिनको बहुत फटाफट खाने की आदत होती है, ये होती है, वो पीते हैं जी। बट वाटर मैं हमेशा ये कहती हूँ कि खाने के टाइम पे अगर आप अच्छे से चबा के खाना खा रहे हो तो डोंट ड्रिंक दैट मच ऑफ वाटर, यू डोंट नीड दैट मच। बट अगर आप बहुत फास्ट खाना खाते हैं तो डेफिनेटली यू नीड इट, बिकॉज यू हैव नॉट लिक्विफाइड अ फूड प्रॉपरली, तो उसको पानी पेट में जाके डिजॉल्व होने में टाइम लेता है। ਰਾਈਟ ਡਾਕਟਰ ਸਾਹਿਬ, ਇੱਕ ਮੇਰੇ ਦਿਮਾਗ ਦੇ ਵਿੱਚ ਹੋਰ ਬਹੁਤ ਵੱਡਾ ਇੱਕ ਕੁਐਸਚਨ ਆ ਰਿਹਾ ਹੈ, ਸ਼ਾਇਦ ਸਿਲੀ ਕੁਐਸਚਨ ਹੋਏਗਾ, ਸ਼ਾਇਦ ਲੋਕਾਂ ਨੂੰ ਇਹ ਚੀਜ਼ ਪਸੰਦ ਵੀ ਆਏਗੀ ਕਿ ਜਦੋਂ ਆਮ ਤੌਰ ਅਸੀਂ ਹੋਮੋਪੈਥੀ ਬਾਰੇ ਸੋਚਦੇ ਆ ਕਿ ਜਦੋਂ ਇੱਕ ਏਜ ਹੋ ਜਾਂਦੀ ਹੈ ਜਾਂ ਜਿਹੜੇ 올ਡ ਏਜ ਵਾਲੇ ਹੁੰਦੇ ਨੇ, ਬਜ਼ੁਰਗ ਦੀ ਗੱਲ ਕਰ ਦਿੰਦੇ ਆ, ਸੀਨੀਅਰ ਲੋਕਾਂ ਦੀ, ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਆ, ਉਹ ਲੋਕ ਜ਼ਿਆਦਾ ਹੋਮੋਪੈਥੀ ਨੂੰ ਪ੍ਰੈਫਰੈਂਸ ਕਰਦੇ ਆ। ਇਹ ਮੇਰਾ ਆਪ ਦਾ ਕਹਿਣਾ ਵੀ, ਮੇਰੀ ਆਪ ਦੀ ਸ਼ਾਇਦ ਸੋਚ, ਮੈਨੂੰ ਲੱਗਦਾ ਕਿ ਯੰਗ ਜਿਹੜੇ ਲੋਕ ਨੇ ਜਾਂ ਯੰਗ ਪਰਸਨ ਨੇ, ਕਿ ਉਹ ਵੀ ਹੋਮੋਪੈਥੀ ਦੇ ਉੱਤੇ ਵਿਸ਼ਵਾਸ ਕਰਦੇ ਨੇ? ਕਿ ਤੁਹਾਡੇ ਕੋਲੇ ਜਿਹੜੇ ਹੈਗੇ ਨੇ ਇਦਾਂ ਦੇ ਕਲਾਇੰਟਸ ਜਾਂ ਤੁਹਾਡੇ ਇਦਾਂ ਦੇ ਕਲੀਨਿਕ ਦੇ ਵਿੱਚ ਆਉਂਦੇ ਨੇ ਲੋਕ, ਪੇਸ਼ੈਂਟਸ आते हैं, ਤੁਹਾਡਾ ਕੀ मानना ਹੈਗਾ? होम्योपैथी मैंने ये देखा है कि दिस इज यहाँ पे बहुत, यहाँ पे जो बॉर्न एंड ब्रॉट अप हुए हैं लोग, उनको शायद कम पता होगी, पर जो हम लोग जो इंडिया से आए या मूव होके आए, उनको वी ऑल नो व्हाट इज होम्योपैथी, बिकॉज वहां पे हमें चॉइस होती है कि विच वे वी वांट टू गो, कौन सी ट्रीटमेंट हमें चाहिए, उस हिसाब से हम जाते हैं। तो वो मैंने देखा है, तो वहां से जो लोग मूव होके आए उनको बहुत अच्छे से पता है कि व्हाट इज अ होम्योपैथी। पर मेरे पास अभी सबसे ज्यादा जो जनरेशन आती है वो 20 से 30 के बीच में है, 40 के बीच में है, सो दीज आर द पीपल विच आर कमिंग मोर, जिनकी एज ग्रुप है, because they are also, because everybody now they are moving towards a natural way of life more than the allopathic medicine, and there are certain conditions जिसका एलोपैथी में you don't find any solution and they have to keep on taking the medicine for the longer, so they go and look for the another option, so that what can it cure. So I do get mix people, जैसे बहुत सारे यंग जनरेशन भी आते हैं, टीनेजर्स भी आते हैं, छोटे छोटे बच्चे, अपने माँ बाप अपने छोटे छोटे बच्चों को लेके भी आते हैं जिनको बहुत सारी कंडीशंस छोटे बच्चों का भी होम्योपैथी मेरे पास आते हैं जो टीथिंग के लिए मेडिसिन लेने के लिए आते हैं, जैसे जिन बच्चों को टीथिंग की प्रॉब्लम होती है, अच्छे से टीथिंग के लिए, एंड इट इज वेरी फेमस मेडिकेशन जो इंडिया में होती ही है और वहां हम देते ही हैं, तो दे लुक फॉर दैट टू, यहाँ भी लेते हैं। एंड मेरे पास बहुत सारे ऐसे भी आते हैं जिनके बच्चों को कॉन्स्टिपेशन, जो छोटे बच्चों को कॉन्स्टिपेशन की इश्यू बहुत ज्यादा यहाँ पे रहती है, स्किन डिजीजेस की इश्यू भी रहती है, जैसे एक्जिमा, माइल्ड, एवरीथिंग, सो दे कम टू मी, कोल्ड एंड कफ जो होता है, बिकॉज यहाँ पे कोई मेडिसिन नहीं है छोटे बच्चों को देने के लिए जब उनको कोल्ड एंड कफ होता है, राइट, सो दे प्रिफर एंड दे गो फॉर द होम्योपैथिक मेडिसिन बिकॉज दे आर सेफ, there are no side effects, right, and you do get the result that with the cold and cough, right। ਤੁਹਾਡੇ ਤੋਂ ਲਾਸਟ ਦੇ ਵਿੱਚ ਇੱਕ ਟਿਪਸ ਜ਼ਰੂਰ ਲਵਾਂਗੇ ਹੈਲਦੀ ਰਹਿਣ ਦੇ। ਤਾਂ ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਡਾਕਟਰ ਸਾਹਿਬ ਤੋਂ ਇੱਕ ਟਿਪਸ ਲਵਾਂਗੇ ਜਿਹੜਾ ਕਿ ਛੋਟਾ ਜਿਹਾ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਂਦਾ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਨਾ, ਡਾਕਟਰ ਪਾਇਲ ਸਾਡੇ ਨਾਲ ਜੁੜੇ ਸੀ। ਅਗਰ ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਮੋਪੈਥੀ ਦੇ ਬਾਰੇ ਵਿੱਚ ਜਾਣਕਾਰੀ, ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਛੋਟੇ ਬੱਚਿਆਂ ਦੀ ਗੱਲ ਕਰ ਲਈਏ, ਯੰਗਸਟਰਸ ਦੀ ਗੱਲ ਕਰ ਲਈਏ, ਬਜ਼ੁਰਗਾਂ ਦੀ ਗੱਲ ਕਰ ਲਈਏ, ਅਗਰ ਤੁਹਾਨੂੰ ਹੋਮੋਪੈਥੀ ਦੇ ਬਾਰੇ ਵਿੱਚ ਜਿਹੜੇ ਆਪਣੇ ਸਵਾਲ ਹੈ, ਤੁਹਾਨੂੰ ਕੋਈ, ਤੁਸੀਂ ਇਹਨਾਂ ਦੇ ਬਾਰੇ ਵਿੱਚ ਆਪਣੀ ਕਿਸੇ ਵੀ ਪ੍ਰੋਬਲਮ ਦੇ ਬਾਰੇ ਵਿੱਚ, ਕੋਈ ਇਲਾਜ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ, ਇਹਨਾਂ ਦੇ ਨਾਲ ਸਾਂਝਾ ਕਰ ਸਕਦੇ ਹੋ। ਦੋਸਤੋ, ਇੱਕ ਗੱਲ ਹੋਰ ਸਪੈਸ਼ਲੀ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਸਪੈਸ਼ਲੀ ਅਸੀਂ ਕਿਸੇ ਨੂੰ ਗਲਤ ਜਾਂ ਸਹੀ ਨਹੀਂ ਠਹਿਰਾਉਂਦੇ। ਸਾਡੇ ਐਕਸਪਰਟ ਆਪਣੇ ਵਿਊਜ਼ ਤੁਹਾਡੇ ਤੱਕ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦਾ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ। ਸਾਡਾ ਇੱਥੇ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਜਾਂ ਕਿਸੇ ਨੂੰ ਗਲਤ ਜਾਂ ਸਹੀ ਠਹਿਰਾਉਣ ਦੇ ਲਈ ਅਸੀਂ ਇਸ ਪ੍ਰੋਗਰਾਮ ਦੇ ਉੱਤੇ ਨਹੀਂ ਬੈਠੇ। ਡਾਕਟਰ ਪਾਇਲ, ਤੁਸੀਂ ਕੁਝ ਅੱਜ ਦਾ ਕੁਝ ਸਾਡੇ ਦਰਸ਼ਕਾਂ ਦੇ ਲਈ ਹੈਲਦੀ ਰਹਿਣ ਦੇ ਲਈ ਇੱਕ टिप्स की देना चाहते हो? आज छोटा सा टिप। पानी की तो हमने बात कर ली है, तो आई वोंट, बट आई ऑलवेज से जिनको अपने छोटे जो बच्चे हैं उनको ज्यादा फ्रूट्स खिलाओ एंड वेजीज खिलाओ, दैट इज अ मेन थिंग। फ्रोजन फूड थोड़ा सा उनके लिए कम कर दो, क्योंकि हमने अच्छा फूड खाया है, हमारे बच्चे, हम जब इंडिया में पैदा हुए थे तो वी हैव ईटन वेरी गुड फूड जिसमें फ्रोजन कुछ भी नहीं था, एंड हम इतने छोटे से बच्चों को आज से अभी से फ्रोजन खिलाना शुरू कर दिया, तो वो जब 40-45 पे पहुंचेंगे तो यू हैव टू टेक केयर। तो फ्रेश बना के एवरीडे खाइए, दैट इज मोर इम्पोर्टेंट, बिकॉज मैं ये मानती हूँ कि आपके बॉडी में जब भी डिजीजेज आती है, दो वजह होती है, आप क्या सोचते हो और आप क्या खाते हो। सो मेक श्योर दैट यू बोथ ऑफ थिंग्स आर
positive and healthy. ਰਾਈਟ, ਥੈਂਕ ਯੂ ਸੋ ਮਚ ਜੀ ਡਾਕਟਰ You're ਸਾਹਿਬ। ਤਾਂ ਦੋਸਤੋ ਡਾਕਟਰ ਸਾਹਿਬ ਨੂੰ ਅਸੀਂ ਇਸੇ ਤਰ੍ਹਾਂ ਬੁਲਾਉਂਦੇ ਰਵਾਂਗੇ, ਲੇਕਿਨ ਅਗਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਖਾਸ ਗੱਲਬਾਤ ਕਰਾਂਗੇ ਬੱਚਿਆਂ ਨੂੰ ਲੈ ਕੇ। ਬੱਚਿਆਂ ਦੇ ਵਿੱਚ ਕਾਫੀ ਜ਼ਿਆਦਾ ਅਸੀਂ ਦੇਖਦੇ ਹਾਂ ਕੁਝ ਨਾ ਕੁਝ ਛੋਟੀ ਮੋਟੀ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਅਸੀਂ ਡਰ ਜਾਂਦੇ ਹਾਂ। ਫੂਡ ਦੇ ਉੱਤੇ ਵੀ ਆਪਾਂ ਸਪੈਸ਼ਲੀ ਡਿਸਕਸ ਕਰਾਂਗੇ ਕਿ ਸਪੈਸ਼ਲੀ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਫੂਡ ਦਈਏ ਜਿਹਦੇ ਨਾਲ ਉਹ ਹੈਲਦੀ ਰਹਿ ਸਕਣ, ਇੱਕ ਤੰਦਰੁਸਤ ਰਹਿ ਸਕਣ ਤੇ ਆਪਣੇ ਫਿਊਚਰ ਦੇ ਲਈ ਉਹ ਪ੍ਰੋਪਰ ਇੱਕ ਫਾਈਟ ਕਰ ਸਕਣ ਜੋ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣਾ ਅਚੀਵ ਕਰਨਾ। ਇਹਨਾਂ ਪ੍ਰੋਗਰਾਮਾਂ ਨੂੰ ਹੋਰ ਵੀ ਤੁਸੀਂ ਸਾਡੇ ਮਨੋਰੰਜਨ ਭਰਪੂਰ ਪ੍ਰੋਗਰਾਮ ਦੇਖਣ ਦੇ ਲਈ ਹਨੀ ਵਾਲੀਆ ਸ਼ੋਜ਼ ਨੂੰ ਇਸੇ ਤਰ੍ਹਾਂ ਸ਼ੇਅਰ ਕਰਦੇ ਰਹੋ, ਥੰਬ ਦਾ ਬਟਨ ਦਬਾ ਦਿਓ, ਲਾਈਕ ਕਰਦੇ ਰਹੋ ਤਾਂ ਕਿ ਅਸੀਂ ਤੁਹਾਨੂੰ ਘਰੇ ਬੈਠੇ ਬਿਠਾਏ ਇਨਫੋਰਮੇਸ਼ਨ ਦਿੰਦੇ ਰਹੀਏ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।